ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਗੁਆਚੇ ਦਾ 7ਵਾਂ ਅਧਿਆਇ ਭਾਗ 3 ਸਮਾਜਿਕ ਸਾਧਨਾਂ ਦਾ ਸੱਭਿਆਚਾਰ। ਤੂੜੀ ਦੀ ਸੰਭਾਲ। ਤੂੜੀ ਵਾਲਾ ਕੁੱਪ ਯਾਨੀ ਮੂਸਲ। ਤੂੜੀ ਵਾਲਾ ਕੁੱਪ ਕਣਕ ਦੀ ਫਸਲ ਨੂੰ ਫਲਿਆਂ ਜਾਂ ਮੌਜੂਦਾ ਮਸ਼ੀਨਰੀ ਨਾਲ ਗਾਹ ਯਾਨੀ ਬਰੀਕ ਕਰਕੇ ਬਣੀ ਤੂੜੀ ਨੂੰ ਸਾਲ ਭਰ ਵਾਸਤੇ ਪਸ਼ੂਆਂ ਨੂੰ ਸੰਭਾਲਣ ਵਾਸਤੇ ਕੱਖਾਂ ਕਾਨਿਆਂ ਦੇ ਬਣੇ ਆਰਜ਼ੀ ਮਕਾਨ ਨੂੰ ਹੀ ਕਿਹਾ ਜਾਂਦਾ ਹੈ। ਕੁੱਪ ਨੂੰ ਪੰਜਾਬ ਦੀਆਂ ਕਈ ਭੂਗੋਲਿਕ ਜ਼ਮੀਨੀ ਇਕਾਈਆਂ ਵਿੱਚ ਮੂਸਲ ਵੀ ਕਿਹਾ ਜਾਂਦਾ ਹੈ। ਕੱਖਾਂ ਕਾਨਿਆਂ ਤੇ ਰੱਸੀਆਂ ਦੀ ਮਦਦ ਨਾਲ ਕੁੱਪ ਬਣਾਉਣਾ ਵੀ ਬਿਜੜੇ ਪੰਛੀ ਦੇ ਆਲ੍ਹਣੇ ਵਾਂਗੂ ਇੱਕ ਕਲਾ ਹੀ ਹੁੰਦਾ ਹੈ। ਇਸ ਨੂੰ ਸਾਰੇ ਕਿਸਾਨ ਨਹੀਂ ਬਣਾ ਸਕਦੇ। 10 ਤੋਂ 15 ਫੁੱਟ ਉੱਚੇ ਛੋਟੇ ਤੇ ਵੱਡੇ ਘੇਰਿਆਂ ਵਾਲੇ ਗੋਲ ਕੁੱਪ ਨੂੰ ਕੋਈ ਮਾਹਰ ਹੁਨਰਮੰਦ ਕਿਸਾਨ ਹੀ ਬਣਾ ਸਕਦਾ ਹੈ। ਇਸ ਨੂੰ ਬਣਾਉਣ ਵਾਸਤੇ ਕਾਫੀ ਮਾਤਰਾ ਵਿੱਚ ਤੂੜੀ, ਕਪਾਹ, ਨਰਮੇ ਦੀਆਂ ਛਿੱਟੀਆਂ ਜਾਂ ਕਾਨੇ ਤੇ ਸਲਵਾੜ ਜਾਂ ਲੰਬੀ ਕਣਕ ਦਾ ਨਾੜ, ਰੱਸੀਆਂ, ਮਜ਼ਬੂਤ ਬੇੜ ਜਾਂ ਲੋਹੇ ਦੀ ਮੋਟੀ ਤੇ ਲੰਬੀ ਤਾਰ ਤੇ ਪੌੜੀ ਦੀ ਲੋੜ ਪੈਂਦੀ ਹੈ। ਤੂੜੀ ਢੋਣ ਵਾਸਤੇ ਤੰਗੜ ਜਾਂ ਪੱਲੀਆਂ ਤੇ ਤੰਗਲੀ ਤੇ ਘੱਟੋ ਘੱਟ 5 ਬੰਦਿਆਂ ਦੀ ਲੋੜ ਪੈਂਦੀ ਹੈ। ਕੁੱਪ ਦਾ ਐਰਾ ਗੱਡਣਾ ਯਾਨੀ ਕੁੱਪ ਬਣਾਉਣਾ ਸ਼ੁਰੂ ਕਰਨਾ। ਕੁੱਪ ਬਣਾਉਣ ਵਾਸਤੇ ਕਿਸੇ ਉੱਚ ਤੇ ਪੱਧਰੀ ਜ਼ਮੀਨ ਦੀ ਚੋਣ ਕਰਕੇ ਉੱਤੇ ਕੁੱਪ ਦੇ ਘੇਰੇ ਦਾ ਨਿਸ਼ਾਨ ਲਗਾ ਕੇ ਰੰਬੇ ਨਾਲ 6 ਇੰਚ ਡੂੰਘੀ ਖਾਈ ਪੁੱਟੀ ਜਾਂਦੀ ਹੈ। ਜਿੱਥੇ ਕਪਾਹ ਦੀਆਂ ਛਿੱਟੀਆਂ ਜਾਂ ਕਾਨਿਆਂ ਵਾਲਾ ਸਲਵਾੜ ਖੜਾ ਕਰਕੇ ਕੁੱਪ ਦਾ ਆਧਾਰ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਕੁੱਪ ਦਾ ਐਰਾ ਕਿਹਾ ਜਾਂਦਾ ਹੈ। ਉਸ ਦੀਆਂ ਜੜ੍ਹਾਂ ਵਿੱਚ ਪੁੱਟੀ ਹੋਈ ਮਿੱਟੀ ਅੰਦਰ ਤੇ ਬਾਹਰ ਨਾਲ ਲਾ ਕੇ ਅੰਦਰੋਂ ਪੂਰਾ ਐਰਾ ਪੱਧਰਾ ਕਰਕੇ ਸੰਵਾਰ ਕੇ ਐਰੇ ਵਿੱਚ ਕੁਝ ਤੰਗੜ ਗਲੀ ਸੜੀ ਪੁਰਾਣੀ ਤੂੜੀ ਹੇਠਾਂ ਸੁੱਟੀ ਜਾਂਦੀ ਹੈ ਤੇ ਗੱਡੇ ਹੋਏ ਛਿੱਟੀਆਂ ਦੇ ਐਰੇ ਦੇ ਹੇਠਾਂ ਤੋਂ 3 ਫੁੱਟ ਉੱਪਰ ਵਾਲੀ ਥਾਂ ਅੰਦਰ ਤੇ ਬਾਹਰ ਕਾਨਿਆਂ ਦੀਆਂ ਮੁੱਠੀਆਂ ਪੂਰੇ ਘੇਰੇ ਵਿੱਚ ਰੱਸੀਆਂ ਨਾਲ ਬੰਨ੍ਹ ਕੇ ਮਜ਼ਬੂਤੀ ਲਈ ਐਰੇ ਨੂੰ ਅੰਦਰ ਬਾਹਰ ਡਿੱਗਣ ਤੋਂ ਬਚਾਉਣ ਵਾਸਤੇ ਐਰੇ ਦੀ ਦੰਦੀ ਬਣਾਈ ਜਾਂਦੀ ਹੈ। ਬਣੇ ਹੋਏ ਕੁੱਪ ਦੇ ਐਰੇ ਨੂੰ ਚੰਗੀ ਤੂੜੀ ਨਾਲ ਪੂਰੀ ਤਰ੍ਹਾਂ ਭਰ ਦਿੱਤਾ ਜਾਂਦਾ ਹੈ। ਹੁਣ ਵਾਰੀ ਆ ਜਾਂਦੀ ਹੈ ਸਲਵਾੜ ਨੂੰ ਐਰੇ ਦੀ ਦੰਦੀ ਤੋਂ ਉੱਪਰ ਤੇ ਬਾਹਰ ਵੱਲ ਯਾਨੀ ਗੋਲ ਘੇਰੇ ਵਿੱਚ ਰੱਖਦੇ ਹੋਏ ਸਲਵਾੜ ਦੇ ਬਾਹਰ ਮਜ਼ਬੂਤ ਬੇੜ ਜਾਂ ਲੋਹੇ ਦੀ ਮੋਟੀ ਤਾਰ ਲਪੇਟੀ ਜਾਂਦੀ ਹੈ ਤਾਂ ਕਿ ਸਲਵਾੜ ਬਾਹਰ ਨਾ ਡਿੱਗੇ ਅਤੇ ਨਾ ਹੀ ਉਲਰੇ। ਇਸੇ ਤਰ੍ਹਾਂ ਕੁੱਪ ਵਿੱਚ ਹੋਰ ਤੂੜੀ ਸੁੱਟ ਕੇ ਸਲਵਾੜ ਦੇ ਵਾਰ ਦੇ ਕੇ ਅੰਤ ਤੱਕ ਮਜ਼ਬੂਤ ਬੇੜ ਜਾਂ ਲੋਹੇ ਦੀ ਤਾਰ ਲਪੇਟੀ ਜਾਂਦੀ ਹੈ ਅਤੇ ਤਾਰ ਦੇ ਵਾਰਾਂ ਨੂੰ ਦੂਰ ਜਾਂ ਨੇੜੇ ਜਾਣ ਤੋਂ ਰੋਕਣ ਵਾਸਤੇ ਰੱਸੀ ਦੇ ਡੰਗੇ ਲਾਏ ਜਾਂਦੇ ਹਨ। ਉੱਪਰ ਤੱਕ ਸਲਵਾੜ ਖੜਾ ਕਰਨ ਤਾਰ ਲਪੇਟਣ ਲਈ ਪੌੜੀ ਦੀ ਮਦਦ ਨਾਲ ਲਈ ਜਾਂਦੀ ਹੈ। ਕੁੱਪ ਨੂੰ ਉੱਪਰੋਂ ਅੰਦਰ ਵੱਲ ਮੋੜਨਾ ਯਾਨੀ ਘੇਰਾ ਛੋਟਾ ਕਰਦੇ ਜਾਣਾ। ਜਦੋਂ ਕੁੱਪ 8-10 ਫੁੱਟ ਦੀ ਉਚਾਈ ਤੱਕ ਚਲਿਆ ਜਾਵੇ ਤਾਂ ਉੱਪਰ ਹਰ ਵੇਲੇ ਤੂੜੀ ਦੀ ਮਿਕਦਾਰ ਘੱਟ ਕਰਨ ਤੇ ਤਾਰ ਨੂੰ ਹੋਰ ਕੱਸਣ ਨਾਲ ਉੱਪਰ ਤੋਂ ਕੁੱਪ ਅੰਦਰ ਵੱਲ ਨੂੰ ਮੁੜਨਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਕੁੱਪ ਪੂਰਾ ਹੋ ਕੇ ਅੰਤ ਵਿੱਚ ਰੱਸੀ ਦੇ ਨਾਲ ਸਲਵਾੜ ਦੇ ਅੰਤਮ ਵਾਰ ਦੇ ਸਿਰਿਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਹੈ, ਜਿਸ ਨੂੰ ਕੁੱਪ ਦੀ ਬੋਦੀ ਕਹਿੰਦੇ ਹਨ। ਇਸ ਤੋਂ ਬਗੈਰ ਹੋਰ ਬਚੀ ਹੋਈ ਤੂੜੀ ਨੂੰ ਬਾਹਰ ਰੱਖ ਕੇ ਪਹਿਲੋਂ ਵਰਤਿਆ ਜਾਂਦਾ ਹੈ ਤੇ ਬਾਹਰ ਵਾਲੀ ਤੂੜੀ ਮੁੱਕ ਜਾਣ ਤੋਂ ਮਗਰੋਂ ਕੁੱਪ ਵਿੱਚੋਂ ਤੂੜੀ ਲੈਣ ਵਾਸਤੇ ਕੁੱਪ ਦੇ ਐਰੇ ਨੂੰ ਦਾਤੀ ਨਾਲ ਕੱਟ ਕੇ ਗੱਡੀਆਂ ਹੋਈਆਂ ਛਿੱਟੀਆਂ ਜਾਂ ਕਾਨੇ ਪੁੱਟ ਕੇ ਤੂੜੀ ਕੱਢਣ ਵਾਸਤੇ ਰਾਹ ਬਣਾ ਲਿਆ ਜਾਂਦਾ ਹੈ। ਕੁੱਪ ਦਾ ਫਾਇਦਾ ਬਹੁਤ ਹੁੰਦਾ ਹੈ। ਉਸ ਵੇਲੇ ਉਹ ਇੱਕ ਕਮਰੇ ਦਾ ਕੰਮ ਦੇ ਕੇ ਤੂੜੀ ਸੰਭਾਲਦਾ ਹੁੰਦਾ ਸੀ। ਹੁਣ ਕੁੱਪ ਸੱਭਿਆਚਾਰ ਪੂਰੀ ਤਰ੍ਹਾਂ ਬਦਲ ਕੇ ਅਲੋਪ ਹੋ ਚੁੱਕਿਆ ਹੈ ਤੇ ਵੱਡੇ ਵੱਡੇ ਸ਼ੈੱਡ ਬਣ ਕੇ ਹੋਂਦ ਵਿੱਚ ਆ ਚੁੱਕੇ ਨੇ ਜੋ ਤੂੜੀ ਸੰਭਾਲਦੇ ਨੇ। ਪਸ਼ੂਆਂ ਵਾਸਤੇ ਚਾਰਾ ਯਾਨੀ ਪੱਠੇ ਕੁਤਰਨਾ। ਪਸ਼ੂ ਜਗਤ ਵਿੱਚ ਕੁਝ ਜਾਤੀਆਂ ਐਸੀਆਂ ਹਨ ਜੋ ਮਨੁੱਖੀ ਪਰਿਵਾਰ ਦਾ ਹਿੱਸਾ ਸਦੀਆਂ ਤੋਂ ਬਣੀਆਂ ਆ ਰਹੀਆਂ ਨੇ। ਉਹਨਾਂ ਨੂੰ ਪਾਲਣ ਤੇ ਆਹਾਰ ਯਾਨੀ ਖੁਰਾਕ ਵਾਸਤੇ ਚਾਰਾ ਬੀਜਿਆ ਤੇ ਚਾਰੇ ਨੂੰ ਕੁਤਰਨ ਵਾਸਤੇ ਸਾਧਨ ਬਣਾਏ ਜੋ ਸਮੇਂ ਦੀ ਤਰੱਕੀ ਕਾਰਨ ਬਣਦੇ ਤੇ ਬਦਲਦੇ ਆਏ ਹਨ। ਸ਼ੁਰੂ ਵਿੱਚ ਮਨੁੱਖ ਨੇ ਪਸ਼ੂਆਂ ਨੂੰ ਚਰਾਂਦਾਂ ਵਿੱਚ ਖੁੱਲ੍ਹਾ ਛੱਡ ਆਪਣੀ ਨਿਗਰਾਨੀ ਹੇਠ ਰੱਖਿਆ ਸੀ, ਜਿਸ ਨੂੰ ਵੱਗ ਚਾਰਨਾ ਜਾਂ ਛੱਡਣਾ ਕਹਿੰਦੇ ਹੁੰਦੇ ਸੀ। ਇਹ ਪਰੰਪਰਾ ਹੁਣ ਲਗਭਗ ਲੋਪ ਹੋ ਚੁੱਕੀ ਹੈ। ਦੂਸਰਾ ਤਰੀਕਾ ਜੋ ਹੁਣ ਵੀ ਚਾਲੂ ਹੈ, ਪਸ਼ੂਆਂ ਨੂੰ ਖੁਰਲੀ ਵਿੱਚ ਜਾਂ ਕਿਸੇ ਸਾਧਨ ਨਾਲ ਕੁਤਰੇ ਹੋਏ ਪੱਠੇ ਪਾਉਣਾ, ਜੋ ਇਸ ਪ੍ਰਕਾਰ ਹੈ। ਪੱਠੇ ਚਾਰਾ ਕੁਤਰਨ ਦਾ ਪਹਿਲਾ ਸਾਧਨ ਦਾਤਰੀ ਜਾਂ ਦਾਤਰਾ। ਇਹ ਸਾਧਨ ਲੋਹੇ ਦੀ ਪੱਤੀ ਨੂੰ ਥੋੜ੍ਹੀ ਜਿਹੀ ਗੁਲਾਈ ਦੇ ਕੇ ਬਣਾਇਆ ਹੋਇਆ ਹੁੰਦਾ ਹੈ ਤੇ ਇਸ ਦੀ ਗੁਲਾਈ ਦੇ ਅੰਦਰ ਵੱਲ ਦੇ ਪਾਸੇ ਤਿੱਖੇ ਦੰਦੇ ਇਸ ਕਰਕੇ ਬਣਵਾਏ ਹੋਏ ਹੁੰਦੇ ਹਨ ਤਾਂ ਕਿ ਦੰਦਿਆਂ ਦੀ ਮਦਦ ਨਾਲ ਚਾਰੇ ਦੀ ਹਰੀ ਜਾਂ ਸੁੱਕੀ ਫਸਲ ਨੂੰ ਮੁੱਢ ਤੋਂ ਜਾਂ ਜਿੱਥੋਂ ਮਰਜ਼ੀ ਆਸਾਨੀ ਨਾਲ ਵੱਢਿਆ ਜਾ ਸਕੇ। ਇਸ ਦਾ ਨਾਂ ਦਾਤਰੀ ਹੁੰਦਾ ਹੈ, ਜਿਸ ਨੂੰ ਹੱਥ ਨਾਲ ਫੜਨ ਵਾਸਤੇ ਵਿੰਗਾ ਜਾਂ ਦਸਤਾ ਲੱਗਾ ਹੋਇਆ ਹੁੰਦਾ ਹੈ। ਦਾਤਰੀ ਸਾਧਨ ਤਾਂ ਹੁਣ ਵੀ ਮੌਜੂਦ ਹੈ, ਪਰ ਇਸ ਦਾ ਵੱਡਾ ਰੂਪ ਦਾਤਰਾ ਹੈ ਜੋ 1935 ਈਸਵੀ ਤੋਂ ਪਹਿਲਾਂ ਹੁੰਦਾ ਸੀ।
ਉਸ ਦੀ ਲੋਹੇ ਵਾਲੀ ਪੱਤੀ ਵੱਡੀ ਤੇ ਦੰਦੇ ਇਸੇ ਤਰ੍ਹਾਂ ਹੀ ਹੁੰਦੇ ਸਨ, ਪਰ ਦਸਤੇ ਦੀ ਤਾਂ ਦਾਤ ਵਾਂਗੂ ਉਹ ਲੰਬੀ ਚੌੜੀ ਤੇ ਲੰਬੀ ਫੱਟ ਉੱਪਰ ਫਿੱਟ ਕੀਤਾ ਹੁੰਦਾ ਸੀ, ਜਿਸ ਉੱਪਰ ਪੈਰ ਦਾ ਭਾਰ ਰੱਖ ਕੇ ਚਾਰੇ ਦੀ ਲੰਬਾਈ ਫਸਲ, ਜਿਸ ਨੂੰ ਦਾਤੀ ਨਾਲ ਮੁੱਢ ਤੋਂ ਕੱਟ ਕੇ ਲਿਆਂਦਾ ਹੁੰਦਾ ਸੀ, ਨੂੰ ਕਈ ਹਿੱਸਿਆਂ ਵਿੱਚ ਕੱਟ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਜਾਂ ਵੈਸੇ ਹੀ ਅੱਗੇ ਟੋਕਰੀ ਰੱਖ ਕੇ ਪਾ ਦਿੱਤਾ ਜਾਂਦਾ ਹੈ। ਪਸ਼ੂ ਉਸ ਨੂੰ ਮੂੰਹ ਵਿੱਚ ਫੜ ਕੇ ਤੇ ਚੱਬ ਕੇ ਖਾ ਜਾਂਦੇ ਨੇ। ਪੱਠੇ ਕੁਤਰਨ ਦਾ ਦੂਸਰਾ ਸਾਧਨ ਹੱਥ ਵਾਲਾ ਟੋਕਾ। ਪਸ਼ੂਆਂ ਵਾਸਤੇ ਪੱਠੇ ਕੁਤਰਨ ਵਾਲਾ ਹੱਥ ਟੋਕਾ ਹੁਣ ਵੀ ਕਿਧਰੇ ਕਿਧਰੇ ਦੇਖਣ ਨੂੰ ਮਿਲਦਾ, ਪਰ ਇਸ ਨਾਲ ਹੁਣ ਪੱਠੇ ਨਹੀਂ ਕੁਤਰੇ ਜਾਂਦੇ, ਸਗੋਂ ਇਹ ਸਾਧਨ ਬੱਕਰੇ ਦੇ ਮੀਟ ਮਾਸ ਵਾਲੀ ਦੁਕਾਨ ਉੱਤੇ ਦੇਖਣ ਨੂੰ ਮਿਲਦਾ, ਜਿਸ ਨਾਲ ਝਟਕਈ ਬੱਕਰੇ ਦੇ ਸਰੀਰ ਦੇ ਮੋਟੇ ਤੇ ਹੱਡੀਆਂ ਵਾਲੇ ਹਿੱਸੇ ਨੂੰ ਛੋਟੇ ਛੋਟੇ ਕਰਕੇ ਵੇਚਦਾ। ਇਹ ਲੋਹੇ ਦੀ ਚੌੜੀ ਪੱਤੀ ਦਾ ਬਣਿਆ ਹੋਇਆ ਹੁੰਦਾ ਹੈ। ਇਸ ਦਾ ਇੱਕ ਪਾਸਾ ਤੇਜ਼ ਕੀਤਾ ਹੁੰਦਾ ਤੇ ਦੂਸਰੇ ਪਾਸੇ ਹੱਥ ਨਾਲ ਫੜਨ ਵਾਸਤੇ ਮਜ਼ਬੂਤ ਦਸਤਾ ਲੱਗਾ ਹੁੰਦਾ ਹੈ। ਪੱਠੇ ਕੁਤਰਨ ਵਾਸਤੇ ਇਹ ਸਾਧਨ ਵੀ 1935 ਈਸਵੀ ਦੇ ਨੇੜੇ ਤੇੜੇ ਹੀ ਹੋਂਦ ਵਿੱਚ ਆਇਆ ਸੀ। ਪੱਠੇ ਕੁਤਰਨ ਵਾਸਤੇ ਜ਼ਮੀਨ ਵਿੱਚ ਲੱਕੜੀ ਦੀ ਇੱਕ ਮੁੱਢੀ ਗੱਡੀ ਜਾਂਦੀ ਸੀ, ਜਿਸ ਦਾ ਉੱਪਰਲਾ ਵਾਲਾ ਪਾਸਾ ਸਾਫ਼ ਹੁੰਦਾ ਸੀ। ਕੁਤਰੇ ਜਾਣ ਵਾਲੇ ਪੱਠਿਆਂ ਦਾ ਮੁੱਢ ਵੱਲ ਦਾ ਪਾਸਾ ਲੱਕੜੀ ਦੀ ਮੁੱਢੀ ਦੇ ਨੇੜੇ ਇਸ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਪੱਠੇ ਕੁਤਰਨ ਵੇਲੇ ਉੱਥੋਂ ਨੇੜੇ ਤੋਂ ਖੱਬੇ ਹੱਥ ਨਾਲ ਥੋੜ੍ਹੇ ਥੋੜ੍ਹੇ ਤੇ ਵਾਰ-ਵਾਰ ਪੱਠੇ ਚੁੱਕ ਕੇ ਉਹਨਾਂ ਨੂੰ ਮੁੱਢੀ ਉੱਪਰ ਰੱਖ ਕੇ ਮਨਚਾਹੀ ਦੂਰੀ ਤੋਂ ਸੱਜੇ ਹੱਥ ਵਿੱਚ ਫੜੇ ਟੋਕਿਆਂ ਨੂੰ ਪੱਠਿਆਂ ਉੱਪਰ ਵਾਰ-ਵਾਰ ਮਾਰ ਕੇ ਟੁੱਕਿਆ ਜਾ ਸਕੇ। ਟੁੱਕੇ ਹੋਏ ਪੱਠੇ ਜਿੱਥੇ ਭੁੜਕ ਕੇ ਡਿੱਗਦੇ ਹਨ, ਉੱਥਾਂ ਪਹਿਲੋਂ ਹੀ ਚੀਕਣੀ ਮਿੱਟੀ ਨਾਲ ਲਿਪਿਆ ਹੋਣਾ ਚਾਹੀਦਾ, ਜਾਂ ਉੱਥੇ ਪੱਲੀ ਇਸ ਕਰਕੇ ਵਿਛਾ ਲਓ ਤਾਂ ਕਿ ਪੱਠਿਆਂ ਨੂੰ ਮਿੱਟੀ ਨਾ ਲੱਗੇ, ਕਿਉਂਕਿ ਉਹਨਾਂ ਨੂੰ ਪਸ਼ੂਆਂ ਨੇ ਖਾਣਾ ਯਾਨੀ ਚਬਾਉਣਾ ਹੁੰਦਾ ਹੈ। ਪੱਠੇ ਟੋਕੇ ਨਾਲ ਟੁੱਕਣ ਵੇਲੇ ਖਿਆਲ ਇਸ ਗੱਲ ਦਾ ਰੱਖਿਆ ਜਾਵੇ ਕਿ ਉਹ ਟੋਕਾ ਕਿਤੇ ਆਪ ਹੀ ਆਪਣੇ ਖੱਬੇ ਹੱਥ ਉੱਪਰ ਨਾ ਲੱਗੇ। ਹੁਣ ਇਹ ਸੱਭਿਆਚਾਰ ਅਲੋਪ ਹੋ ਚੁੱਕਿਆ ਹੈ। ਹੱਥ ਨਾਲ ਗੇੜ ਕੇ ਪੱਠੇ ਕੁਤਰਨ ਵਾਲਾ ਟੋਕਾ। ਇਸ ਹੱਥ ਨਾਲ ਗੇੜ ਕੇ ਪੱਠੇ ਕੁਤਰਨ ਵਾਲੇ ਟੋਕੇ ਨੂੰ ਪੱਠੇ ਕੁਤਰਨ ਵਾਲੀ ਮਸ਼ੀਨ ਵੀ ਕਹਿੰਦੇ ਨੇ। ਇਸ ਮਸ਼ੀਨ ਦੀ ਕਾਢ 1936-37 ਈਸਵੀ ਦੇ ਨੇੜੇ ਤੇੜੇ ਨਿਕਲੀ ਸੀ। ਉਸ ਤੋਂ ਮਗਰੋਂ ਇਸ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਦੇ ਹੋਏ ਇਸ ਦੇ ਮਿਸਤਰੀਆਂ ਨੇ ਇਸ ਵਿੱਚ ਥੋੜ੍ਹੀਆਂ ਥੋੜ੍ਹੀਆਂ ਤਬਦੀਲੀਆਂ ਕਰਕੇ ਇਸ ਦੇ ਨਵੇਂ ਤੋਂ ਨਵੇਂ ਮਾਡਲ ਬਣਾਉਣੇ ਸ਼ੁਰੂ ਕੀਤੇ ਸਨ। ਇਹ ਸਾਧਨ ਹੁਣ ਤੱਕ ਵੀ ਮੌਜੂਦ ਤੇ ਹਰਮਨ ਪਿਆਰਾ ਹੈ। ਇਸ ਦੇ ਚੱਕਰ ਨੂੰ ਦੋ ਟੋਕੇ ਲੱਗੇ ਹੋਏ ਹੁੰਦੇ ਹਨ ਜੋ ਨਟਾਂ ਨਾਲ ਕੱਸੇ ਹੋਏ ਹੁੰਦੇ ਹਨ, ਤੇ ਇੱਕ ਹੱਥੀ ਜਿਸ ਉੱਪਰ ਲੱਕੜੀ ਦੀ ਘੁੰਮਣੀ ਲੱਗੀ ਹੋਈ ਹੁੰਦੀ ਹੈ, ਉਹ ਉਦੋਂ ਘੁੰਮਦੀ ਹੁੰਦੀ ਸੀ ਜਦੋਂ ਉਸ ਨੂੰ ਹੱਥਾਂ ਨਾਲ ਫੜ ਕੇ ਮਸ਼ੀਨ ਗੇੜੀ ਜਾਂਦੀ ਸੀ। ਚੱਕਰ ਦੇ ਧੁਰੇ ਨਾਲ ਇੱਕ ਚਾਲ ਫਿੱਟ ਹੁੰਦੀ ਹੈ ਜੋ ਦੋ ਚੱਕਲੀਆਂ ਨੂੰ ਘੁਮਾਉਂਦੀ ਹੈ, ਤੇ ਉਹ ਦੋ ਚੱਕਲੀਆਂ ਮਸ਼ੀਨ ਅੰਦਰਲੀਆਂ ਦੋ ਗਰਾਰੀਆਂ ਨੂੰ ਆਪਣੇ ਨਾਲ ਘੁਮਾਉਂਦੀਆਂ ਹਨ, ਜਿਨ੍ਹਾਂ ਦੇ ਦੰਦੇ ਮਸ਼ੀਨ ਦੇ ਪਿਛਲੇ ਪਾਸੇ ਬਣਾਏ ਤੇ ਫਿੱਟ ਕੀਤੇ ਹੁੰਦੇ ਹਨ। ਪੱਠੇ ਰੱਖਣ ਵਾਲੇ ਪਾਰਸੇ ਵਿਚਲੇ ਕੁਤਰਨ ਵਾਲੇ ਪੱਠਿਆਂ ਨੂੰ ਖਿੱਚ ਕੇ ਦੋਵੇਂ ਟੋਕਿਆਂ ਵੱਲ ਭੇਜਦੇ ਹਨ, ਜੋ ਪਿੱਛੋਂ ਆ ਰਹੇ ਪੱਠਿਆਂ ਨੂੰ ਦੋਵੇਂ ਟੋਕੇ ਇੱਕੋ ਜਿਹੀ ਦੂਰੀ ਤੋਂ ਆਪਣੀ ਤੇਜ਼ ਧਾਰ ਨਾਲ ਕੱਟ ਕੇ ਹੇਠਾਂ ਸੁੱਟੀ ਜਾਂਦੇ ਹਨ। ਇਸ ਦੇ ਮੁੱਖ ਹਿੱਸੇ ਦੇ ਹੇਠਾਂ ਲੋਹੇ ਦੀਆਂ ਮੋੜੀਆਂ ਹੋਈਆਂ ਪੱਤੀਆਂ ਦੀਆਂ ਚਾਰ ਲੱਤਾਂ ਮਸ਼ੀਨ ਦਾ ਭਾਰ ਚੁੱਕਣ ਵਾਸਤੇ ਲਾਈਆਂ ਹੋਈਆਂ ਹੁੰਦੀਆਂ ਹਨ, ਤਾਂ ਕਿ ਪਸ਼ੂ ਪਾਲਕ ਖੜਾ ਹੋ ਕੇ ਪੱਠਿਆਂ ਦੇ ਰੁੱਗ ਲਾ ਕੇ ਤੇ ਮਸ਼ੀਨ ਹੱਥ ਨਾਲ ਗੇੜ ਕੇ ਪੱਠੇ ਕੁਤਰ ਸਕੇ। ਹੋਰ ਹੋਈਆਂ ਤਬਦੀਲੀਆਂ। ਜ਼ਿਆਦਾ ਪਸ਼ੂ ਰੱਖਣ ਵਾਲੇ ਪਸ਼ੂ ਪਾਲਕਾਂ ਦੀ ਸਹੂਲਤ ਵਾਸਤੇ 1970 ਤੋਂ 1975 ਈਸਵੀ ਵੇਲੇ ਹੱਥਾਂ ਨਾਲ ਮਸ਼ੀਨ ਨੂੰ ਗੇੜਨ ਦੀ ਥਾਂ ਬਲਦਾਂ ਦੀ ਖਿੱਚਣ ਸ਼ਕਤੀ ਦੀ ਮਦਦ ਨਾਲ ਪੱਠੇ ਕੁਤਰਨ ਵਾਸਤੇ ਗੇੜੀਆਂ ਬਣ ਗਈਆਂ ਸੀ। ਉਹਨਾਂ ਗੇੜੀਆਂ ਨੂੰ ਇੱਕ ਜਾਂ ਦੋ ਬਲਦ ਪੰਜਾਲੀ ਵਿੱਚ ਜੋੜ ਕੇ ਹਲਟ ਵਾਂਗੂ ਹੀ ਪੈੜ ਉੱਪਰ ਖਿੱਚਦੇ ਹੋਏ ਚੱਲਦੇ ਹੁੰਦੇ ਸਨ। ਪੰਜਾਲੀ ਦੇ ਨਾਲ ਖਿੱਚੀ ਜਾ ਰਹੀ ਗਾਟੀ ਬੁੱਗ ਦੀ ਮਦਦ ਨਾਲ ਵੱਡੀ ਗਰਾਰੀ ਨੂੰ ਘੁਮਾਉਂਦੀ ਹੁੰਦੀ ਸੀ, ਤੇ ਉਹ ਵੱਡੀ ਗਰਾਰੀ ਇੱਕ ਹੋਰ ਛੋਟੀ ਗਰਾਰੀ ਨੂੰ ਘੁਮਾਉਂਦੀ ਹੁੰਦੀ ਸੀ, ਤੇ ਛੋਟੀ ਗਰਾਰੀ ਨਾਲ ਫਿੱਟ ਕੀਤੀ ਹੋਈ ਲੋਹੇ ਦੀ ਲੰਬੀ ਲੱਠ ਨੂੰ ਘੁਮਾਉਂਦੀ ਹੁੰਦੀ ਸੀ, ਤੇ ਉਹ ਲੰਬੀ ਲੱਠ ਮਸ਼ੀਨ ਦੇ ਚੱਕਰ ਨੂੰ ਉਸ ਨੂੰ ਬਹੁਤ ਤੇਜ਼ ਘੁਮਾ ਕੇ ਜ਼ਿਆਦਾ ਪੱਠੇ ਕੁਤਰਨ ਦਾ ਕੰਮ ਵੀ ਬਹੁਤ ਜਲਦੀ ਨਿਬੇੜ ਦਿੰਦੀ ਹੁੰਦੀ ਸੀ। 1975 ਤੋਂ 80 ਈਸਵੀ ਵੇਲੇ ਮਸ਼ੀਨਰੀ ਯੁੱਗ ਆ ਜਾਣ ਕਰਕੇ ਗੇੜੀ ਦੀ ਥਾਂ ਚੱਕਰ ਨਾਲ ਲੋਹੇ ਦੀ ਛੋਟੀ ਲੱਠ ਫਿੱਟ ਕਰਕੇ ਉਸ ਉੱਤੇ ਇੱਕ ਪੁਲੀ ਫਿੱਟ ਕਰਕੇ ਪੁਲੀ ਨੂੰ ਸਿੱਧਾ ਪੱਟੇ ਦੀ ਮਦਦ ਨਾਲ ਘੁਮਾਇਆ ਜਾਂਦਾ ਸੀ। ਡੀਜ਼ਲ ਇੰਜਨ ਜਾਂ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀ ਮੋਟਰ ਦੀ ਪੁਲੀ ਨਾਲ ਜੋੜ ਕੇ ਇੰਜਨ ਜਾਂ ਮੋਟਰ ਚਲਾ ਕੇ ਪੱਠੇ ਕੁਤਰਨ ਦੀ ਗਤੀ ਵਿੱਚ ਹੋਰ ਤੇਜ਼ੀ ਆ ਗਈ ਸੀ। ਇੱਥੇ ਖਿਆਲ ਰੱਖਣ ਵਾਲੀ ਗੱਲ ਇਹ ਸੀ ਕਿ ਇੰਜਨ ਜਾਂ ਮੋਟਰ ਦੀ ਮਦਦ ਨਾਲ ਪੱਠੇ ਜਾਂ ਥ੍ਰੈਸ਼ਰ ਨਾਲ ਕਣਕ ਕੁਤਰਦੇ ਵੇਲੇ ਇਹ ਧਿਆਨ ਰਹੇ ਕਿ ਕੋਈ ਮੰਦਬੁੱਧੀ ਵਾਲਾ, ਸ਼ਰਾਬੀ, ਅਣਜਾਣ ਕਾਮਾ ਜਾਂ ਬੱਚਾ ਤੇ ਢਿੱਲੇ ਪਾਏ ਕੱਪੜਿਆਂ ਵਾਲਾ ਕਾਮਾ ਰੁੱਗ ਲਾਉਣ ਦਾ ਕੰਮ ਨਾ ਕਰੇ, ਤਾਂ ਕਿ ਮਸ਼ੀਨਰੀ ਹਾਦਸਿਆਂ ਨਾਲ ਕੋਈ ਸਰੀਰਕ ਅੰਗ ਕੱਟ ਜਾਣ ਤੋਂ ਬਚ ਸਕੀਏ। ਪਾਲਕ ਪਸ਼ੂਆਂ ਨਾਲ ਪਿਆਰ ਤੇ ਸ਼ਿੰਗਾਰ। ਜਿੱਥੇ ਪਾਲੇ ਹੋਏ ਪਸ਼ੂ ਪੰਛੀਆਂ ਤੋਂ ਮਨੁੱਖ ਲਾਭ ਤੇ ਲਾਹਾ ਲੈਂਦਾ ਹੈ, ਉੱਥੇ ਇਹਨਾਂ ਨੂੰ ਪਰਿਵਾਰਕ ਮੈਂਬਰ ਸਮਝ ਕੇ ਇਹਨਾਂ ਨਾਲ ਲਾਡ ਪਿਆਰ ਤੇ ਇਹਨਾਂ ਨੂੰ ਸ਼ਿੰਗਾਰ ਦਾ ਵੀ ਦੇਖਿਆ ਗਿਆ।
ਲਾਡ ਪਿਆਰ ਇੱਕ ਐਸੀ ਭਾਵਨਾ ਹੁੰਦੀ ਹੈ ਜੋ ਲਾਡ ਪਿਆਰ ਦੇਣ ਯਾਨੀ ਕਰਨ ਵਾਲੇ ਇਨਸਾਨ ਨੂੰ ਲਾਡ ਪਿਆਰ ਕਰਾਉਣ ਵਾਲੇ ਨਾਲੋਂ ਜ਼ਿਆਦਾ ਆਨੰਦ ਤੇ ਸੰਤੁਸ਼ਟੀ ਦਿੰਦੀ ਹੈ। ਲਾਡ ਪਿਆਰ ਲੈਣ ਵਾਲਾ ਪਸ਼ੂ ਹੋਵੇ, ਪੰਛੀ, ਮਨੁੱਖੀ ਬੱਚਾ ਜਾਂ ਨੌਕਰ ਹੋਵੇ, ਉਹ ਵੀ ਜਾਣ ਲੈਂਦਾ ਹੈ ਕਿ ਮੈਨੂੰ ਮੇਰਾ ਮਾਲਕ ਗੁਪਤ ਰੂਪ ਵਿੱਚ ਜਾਂ ਸਿੱਧਾ ਹੀ ਮੈਨੂੰ ਪਿਆਰ ਦਿੰਦਾ ਜਾਂ ਕਦਰ ਕਰਦਾ ਹੈ। ਉਹ ਬੋਲਦਾ ਬਹੁਤ ਘੱਟ ਪਰ ਸਮਝਦਾ ਜ਼ਰੂਰ ਹੈ ਅਤੇ ਉਸ ਦਾ ਦਿਲ ਤੇ ਆਤਮਾ ਅੰਦਰੋਂ ਅੰਦਰ ਅਸੀਸਾਂ ਜ਼ਰੂਰ ਦਿੰਦਾ ਹੁੰਦਾ ਹੈ। ਰੱਖੇ ਹੋਏ ਪਸ਼ੂਆਂ ਅਤੇ ਪੰਛੀਆਂ ਨੂੰ ਪਰਿਵਾਰ ਦੇ ਮੈਂਬਰ ਹੀ ਸਮਝਣਾ, ਉਸ ਦੀ ਸੁਰੱਖਿਆ ਕਰਨੀ, ਮੌਸਮੀ ਤੰਗੀਆਂ ਤੋਂ ਬਚਾਉਣਾ, ਬਿਮਾਰ ਹੋਇਆਂ ਦਾ ਉਚਿਤ ਇਲਾਜ ਤੇ ਸੰਭਾਲ ਕਰਨੀ, ਸਰੀਰ ਅਤੇ ਸਿਰ ਉੱਤੇ ਹੱਥ ਫੇਰਨਾ, ਪਿਆਰ ਨਾਲ ਪਲੋਸਣਾ, ਇਹ ਲਾਡ ਤੇ ਪਿਆਰ ਦਾ ਹਿੱਸਾ ਹੁੰਦਾ ਹੈ। ਇਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ। ਉੱਥੇ ਪਸ਼ੂ ਪੰਛੀਆਂ, ਉਹਨਾਂ ਦੇ ਜਾਂ ਮਨੁੱਖੀ ਬੱਚਿਆਂ ਜਾਂ ਨੌਕਰਾਂ ਨਾਲ ਦੁਰਵਿਹਾਰ ਜਾਂ ਗੁੱਸਾ ਕਿਸੇ ਵੀ ਹਾਲਤ ਵਿੱਚ ਨਹੀਂ ਕਰਨਾ ਚਾਹੀਦਾ, ਭਾਵੇਂ ਉਹ ਆਪਣੇ ਹੋਣ ਜਾਂ ਦੂਸਰੇ ਦੇ। ਇਹ ਸਭ ਦੇ ਸਾਂਝੇ ਤੇ ਰੱਬ ਦਾ ਰੂਪ ਹੁੰਦੇ ਨੇ। ਗੁੱਸਾ ਕਰਨਾ ਵੀ ਬੇਵਕੂਫੀ ਦਾ ਹਿੱਸਾ ਹੁੰਦਾ ਹੈ। ਹਾਰ ਸ਼ਿੰਗਾਰ। ਜਿੱਥੇ ਸੁੰਦਰ ਮਨੁੱਖਾਂ ਸੁੰਦਰਤਾ ਦਾ ਖਜ਼ਾਨਾ, ਮੁਟਿਆਰ ਔਰਤਾਂ ਤੇ ਬੱਚਿਆਂ ਨੂੰ ਹੋਰ ਸੁੰਦਰ ਬਣਾਉਣ ਵਾਸਤੇ ਚੰਗੇ ਰੰਗ ਦੇ ਮਹਿੰਗੇ ਸੁੰਦਰ ਕੱਪੜੇ ਅਤੇ ਸੋਨੇ ਦੇ ਕਈ ਕਿਸਮਾਂ ਦੇ ਗਹਿਣੇ ਪਾ ਕੇ ਸੰਵਾਰਿਆ ਸ਼ਿੰਗਾਰਿਆ ਜਾਂਦਾ ਹੈ, ਉੱਥੇ ਇਸ ਤਰ੍ਹਾਂ ਦਾ ਸ਼ੌਕੀਨ ਪਸ਼ੂ ਪਾਲਕ ਵੀ ਆਪਣੇ ਪਸ਼ੂਆਂ ਅਤੇ ਪੰਛੀਆਂ ਨੂੰ ਸ਼ਿੰਗਾਰਨ ਦਾ ਸ਼ੌਕ ਪਾਲਦੇ ਨੇ। ਪਸ਼ੂਆਂ ਨੂੰ ਸ਼ਿੰਗਾਰਨ ਦਾ ਸ਼ੌਕ ਹੁਣ ਭਾਵੇਂ ਘੱਟ ਚੁੱਕਿਆ, ਪਰ ਪੁਰਾਣੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਹੁੰਦਾ ਸੀ। ਪਸ਼ੂ ਪਾਲਕ ਬਲਦਾਂ, ਊਠਾਂ, ਘੋੜਿਆਂ, ਘੋੜੀਆਂ, ਕੁੱਤਿਆਂ ਦੇ ਗਲ ਵਿੱਚ ਚਮੜੇ ਦੀ ਬੱਦਰੀ ਵਿੱਚ ਵੱਖ-ਵੱਖ ਵਣਗੀਆਂ ਦੇ ਆਕਾਰ ਦੇ ਘੁੰਗਰੂ, ਟੱਲੀਆਂ ਅਤੇ ਘੁੰਗਰੀਆਂ ਪਾ ਕੇ ਬਹੁਤ ਖੁਸ਼ ਹੁੰਦੇ ਸਨ। ਸ਼ਿੰਗਾਰੇ ਹੋਏ ਪਸ਼ੂਆਂ ਦੇ ਮੱਥੇ ਉੱਪਰ ਵੀ ਖੁਸ਼ੀ ਦੇ ਗੁਪਤ ਨਿਸ਼ਾਨ ਪੜ੍ਹਨ ਨੂੰ ਮਿਲਦੇ ਹੁੰਦੇ ਸਨ। ਜਿਵੇਂ ਕਹਿੰਦੇ ਹੁੰਦੇ ਹਨ ਕਿ ਇਲਾਜ ਨਾਲੋਂ ਸੰਭਾਲ ਮਰੀਜ਼ ਨੂੰ ਜ਼ਿਆਦਾ ਤੇ ਜਲਦੀ ਤੰਦਰੁਸਤੀ ਬਖਸ਼ ਦਿੰਦੀ ਹੈ। ਇਸੇ ਤਰ੍ਹਾਂ ਖੁਸ਼ ਰੱਖਿਆ ਹੋਇਆ ਪਸ਼ੂ ਦੂਸਰਿਆਂ ਨਾਲੋਂ ਜ਼ਿਆਦਾ ਵਫਾਦਾਰੀ ਨਾਲ ਸੇਵਾ ਕਰਕੇ ਉਮਰ ਵੀ ਲੰਬੀ ਭੋਗਦਾ ਹੈ। ਇੰਨਾ ਹੀ ਪਸ਼ੂਆਂ ਦੇ ਅਗਲੇ ਗੋਡਿਆਂ ਦੇ ਉੱਪਰ ਘੁੰਗਰੂਆਂ ਵਾਲੀਆਂ ਝਾਂਜਰਾਂ ਤੇ ਮੱਥਿਆਂ ਉੱਪਰ ਰੰਗ ਬਾਰੰਗੇ ਵਖੇਰਨੇ ਜੋ ਮਨੁੱਖੀ ਸਿਹਰਿਆਂ ਵਰਗੇ ਹੁੰਦੇ ਸਨ, ਸਜਾਏ ਹੋਏ ਦੇਖੇ ਜਾਂਦੇ ਸਨ ਅਤੇ ਸਰਦੀ ਦੇ ਮੌਸਮ ਵੇਲੇ ਠੰਡ ਤੋਂ ਬਚਾਉਣ ਵਾਸਤੇ ਮਹਿੰਗੇ ਕੱਪੜੇ ਦੇ ਸੁੰਦਰ ਰੰਗਾਂ ਦੀ ਤਿੱਬਤ ਦੇਸ਼ ਦੀ ਉੱਨ ਯਾਨੀ ਪੱਛਮ ਦੇ ਵੱਡੇ ਵੱਡੇ ਫੁੱਲ ਪਸ਼ੂਆਂ ਦੇ ਸਰੀਰਕ ਆਕਾਰ ਦੇ ਹਿਸਾਬ ਨਾਲ ਵੱਡੇ ਛੋਟੇ ਝੁੱਲਾਂ ਉੱਪਰ ਲੱਗੇ ਸ਼ੌਕ ਦੀ ਗਵਾਹੀ ਭਰਦੇ ਹੁੰਦੇ ਸਨ। ਭਾਰਤ ਦੇ ਉੱਤਰੀ ਮੁਲਕ ਤਿੱਬਤ, ਜੋ ਇਸ ਵੇਲੇ ਚੀਨ ਦੇ ਜਬਰੀ ਕੰਟਰੋਲ ਹੇਠ ਹੈ, ਜਿਸ ਨੂੰ ਦੁਨੀਆ ਦੀ ਛੱਤ ਵੀ ਕਿਹਾ ਜਾਂਦਾ ਹੈ, ਵਿਖੇ ਤੋਂ ਬਹੁਤ ਹੀ ਸੁੰਦਰ ਰੇਸ਼ਮੀ ਉੱਨ ਪੁਰਾਣੇ ਸਮੇਂ ਵਿੱਚ ਇਸ ਕਰਕੇ ਆ ਜਾਂਦੀ ਹੁੰਦੀ ਸੀ ਕਿਉਂਕਿ ਉਸ ਵੇਲੇ ਸਰਹੱਦ ਉੱਪਰ ਹੁਣ ਵਾਂਗੂ ਇੰਨੀ ਸਖਤੀ ਨਹੀਂ ਸੀ ਹੁੰਦੀ ਅਤੇ ਖੁੱਲ੍ਹਾ ਵਪਾਰ ਚੱਲਦਾ ਸੀ। ਬਲਦਾਂ ਦੇ ਖੁਰੀਆਂ ਲਵਾਉਣੀਆਂ। ਮਸ਼ੀਨਰੀ ਯੁੱਗ ਤੋਂ ਪਹਿਲੋਂ ਖੇਤੀ ਦੇ ਖਿਚਾਈ ਵਾਲੇ ਸਾਰੇ ਸਾਧਨ ਬਲਦਾਂ ਦੀ ਸਰੀਰਕ ਸ਼ਕਤੀ ਨਾਲ ਖਿਚਾਈ ਕਰਕੇ ਹੀ ਕੀਤੇ ਜਾਂਦੇ ਸਨ। ਖੇਤਾਂ ਵਿੱਚ ਕੰਮ ਕਰਨ ਤੋਂ ਬਗੈਰ ਜਦੋਂ ਉਹਨਾਂ ਬਲਦਾਂ ਤੋਂ ਹਲਟ, ਖਰਾਸ, ਵੇਲਣਾ, ਗੇੜੀ ਦੀ ਗਾਟੀ ਖਿੱਚਣ ਦਾ ਕੰਮ ਲਿਆ ਜਾਂਦਾ ਸੀ ਤਾਂ ਸਾਰਿਆਂ ਬਲਦਾਂ ਦੀ ਆਦਤ ਤਾਂ ਨਹੀਂ ਸੀ ਹੁੰਦੀ, ਪਰ ਕੁਝ ਬਲਦਾਂ ਦੀ ਆਦਤ ਹੁੰਦੀ ਸੀ ਕਿ ਆਪਣੇ ਖੁਰਾਂ ਨੂੰ ਧਰਤੀ ਉੱਪਰ ਰੱਖਦਿਆਂ ਹੀ ਥੋੜ੍ਹਾ ਥੋੜ੍ਹਾ ਸੱਜੇ ਜਾਂ ਖੱਬੇ ਪਾਸੇ ਵੱਲ ਨੂੰ ਖੁਰ ਘੁਮਾ ਦਿੰਦੇ ਸਨ। ਉਸ ਨਾਲ ਕੀ ਹੁੰਦਾ ਸੀ ਕਿ ਹਰ ਵਾਰ ਖੁਰ ਧਰਤੀ ਉੱਪਰ ਰੱਖਣ ਤੋਂ ਮਗਰੋਂ ਖੁਰ ਵਾਰ-ਵਾਰ ਘੁਮਾ ਦੇਣ ਨਾਲ ਖੁਰ ਦੇ ਹੇਠਲੇ ਪਾਸੇ ਤੋਂ ਉਸ ਦਾ ਸਖਤ ਹਿੱਸਾ ਪੂਰਾ ਘਸ ਜਾਂਦਾ ਸੀ ਅਤੇ ਨਰਮ ਹਿੱਸਾ ਯਾਨੀ ਜਿੰਦਾ ਮਾਸ ਜਦੋਂ ਧਰਤੀ ਉੱਪਰ ਰੱਖ ਹੁੰਦਾ ਤਦ ਧਰਤੀ ਉੱਪਰੋਂ ਕੋਈ ਵੀ ਸਖਤ ਚੀਜ਼ ਜਿਵੇਂ ਕੋਈ ਰੋੜ, ਠੀਕਰੀ, ਕਿੱਲ, ਪੱਤੀ ਉਸ ਉੱਪਰ ਲੱਗਦੇ ਤਾਂ ਬਲਦ ਦੇ ਖੁਰ ਵਿੱਚ ਦੁੱਖ ਦਰਦ ਹੁੰਦਾ ਤਾਂ ਉਹ ਲੰਘਾਉਣ ਲੱਗ ਪੈਂਦਾ ਸੀ, ਜਿਸ ਕਰਕੇ ਬਲਦ ਦੀ ਤਕਲੀਫ ਵੀ ਵੱਧ ਜਾਣ ਨਾਲ ਤੇ ਕਿਸਾਨ ਦੇ ਕੰਮ ਵਿੱਚ ਰੁਕਾਵਟ ਵੀ ਪੈਂਦੀ ਸੀ। ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਸੇ ਮਾਹਰ ਲੋਹਾਰ ਕੋਲੋਂ ਖੁਰੀਆਂ ਬਣਵਾ ਕੇ ਬਲਦਾਂ ਦੇ ਖੁਰਾਂ ਹੇਠ ਲਗਵਾਈਆਂ ਜਾਂਦੀਆਂ ਸਨ। ਬਲਦਾਂ ਦੇ ਘਿਸੇ ਹੋਏ ਖੁਰ ਹੇਠ ਲੋਹੇ ਦੀ ਬਣੀ ਖੁਰੀ ਲਵਾਉਣ ਵਾਸਤੇ ਪਹਿਲਾਂ ਉਸ ਬਲਦ ਨੂੰ 3-4 ਬਲਵਾਨ ਸਰੀਰ ਵਾਲੇ ਨੌਜਵਾਨ ਆਦਮੀਆਂ ਦੀ ਮਦਦ ਨਾਲ ਜ਼ਮੀਨ ਉੱਪਰ ਲਟਾਉਣਾ ਪੈਂਦਾ ਸੀ। ਬਲਦ ਖੁਦ ਸਰੀਰਕ ਤੇ ਬਲਵਾਨ ਹੁੰਦਾ ਹੋਣ ਕਰਕੇ ਉਸ ਨੂੰ ਲਟਾਉਣ ਵਾਸਤੇ ਪਹਿਲਾਂ ਉਸ ਨੂੰ ਨਰਮ ਰੇਤਲੀ ਥਾਂ ਉੱਪਰ ਲਿਜਾ ਕੇ ਲੰਬੇ ਤੇ ਮਜ਼ਬੂਤ ਰੱਸਿਆਂ ਦੀ ਮਦਦ ਨਾਲ ਸੱਟ ਨਾ ਲੱਗ ਜਾਵੇ ਦੇ ਖਿਆਲ ਨਾਲ ਲਟਾਇਆ ਜਾਂਦਾ ਸੀ। ਬਲਦ ਨੂੰ ਲਟਾ ਕੇ ਉਸ 'ਤੇ 2 ਪਿਛਲੇ ਤੇ 1 ਅਗਲੇ ਉੱਪਰਲੇ ਖੁਰ, ਤਿੰਨਾਂ ਖੁਰਾਂ ਨੂੰ ਉਹਨਾਂ ਰੱਸਿਆਂ ਨਾਲ ਹੀ ਇਕੱਠਾ ਬੰਨ੍ਹ ਕੇ ਲੋੜ ਵਾਲੇ ਖੁਰਾਂ ਦੀਆਂ ਵੱਖ-ਵੱਖ ਖੁਰੀਆਂ ਹੇਠ ਲੋਹੇ ਦੀਆਂ ਬਣੀਆਂ ਬਣਾਈਆਂ ਖੁਰੀਆਂ ਨੂੰ ਲੋਹੇ ਦੀਆਂ ਮੇਖਾਂ ਉਸ ਦੇ ਖੁਰ ਦੇ ਬਾਹਰਲੇ ਪਾਸੇ ਸਖਤ ਨੋਹਾਂ ਵਿੱਚ ਠੋਕ ਕੇ ਤੇ ਬਾਹਰੋਂ ਮੇਖਾਂ ਮੋੜ ਦਿੱਤੀਆਂ ਜਾਂਦੀਆਂ ਸਨ। ਉਸ ਤੋਂ ਮਗਰੋਂ ਬਲਦ ਨੂੰ ਖੜਾ ਕਰਕੇ ਫਿਰ ਤੋਰ ਕੇ ਦੇਖੀਦਾ ਸੀ ਕਿ ਹੁਣ ਬਲਦ ਲੰਘਾਉਣੋਂ ਹਟ ਗਿਆ ਹੈ ਜਾਂ ਨਹੀਂ। ਜਿਵੇਂ ਮਨੁੱਖ ਦੇ ਪੈਰਾਂ ਵਿੱਚ ਪਾਈ ਜੁੱਤੀ ਪੈਰ ਦੀ ਸੁਰੱਖਿਆ ਕਰਦੀ ਹੈ, ਤਿਵੇਂ ਬਲਦ ਦੇ ਖੁਰਾਂ ਹੇਠ ਲਗਵਾਈ ਲੋਹੇ ਦੀ ਖੁਰੀ ਵੀ ਬਲਦ ਦੇ ਖੁਰ ਦੀ ਸੁਰੱਖਿਆ ਕਰਦੀ ਹੁੰਦੀ ਸੀ। ਵੱਛਿਆਂ ਨੂੰ ਖੱਸੀ ਕਰਵਾਉਣਾ।
ਜਿਵੇਂ ਕਿਸੇ ਕਾਰਨ ਨਾ ਮਰਦ ਮਨੁੱਖ ਔਲਾਦ ਪੈਦਾ ਕਰਨ ਯੋਗ ਨਹੀਂ ਹੁੰਦਾ, ਇਸੇ ਤਰ੍ਹਾਂ ਜਵਾਨ ਹੋ ਚੁੱਕੇ ਬੱਚਿਆਂ ਤੋਂ ਖੇਤੀ ਦਾ ਕੰਮ ਲੈਣ ਵਾਸਤੇ ਉਹਨਾਂ ਨੂੰ ਨਾ ਮਰਦ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਕਿ ਉਹਨਾਂ ਦਾ ਧਿਆਨ ਹੁਣ ਸਿਰਫ ਖੇਤੀ ਕਰਨ ਵਿੱਚ, ਕਿਸਾਨ ਦੀ ਮਦਦ ਕਰਨ ਵਿੱਚ ਹੀ ਲੱਗਿਆ ਰਹੇ। ਇਸ ਕਾਰਵਾਈ ਕਰਨ ਨੂੰ ਵੱਛਾ ਖੱਸੀ ਕਰਾਉਣਾ ਕਹਿੰਦੇ ਹਨ। ਵੱਛੇ ਖੱਸੀ ਕਰਾਉਣ ਦਾ ਰਿਵਾਜ ਮਸ਼ੀਨਰੀ ਯੁੱਗ ਆਉਣ ਤੋਂ ਪਹਿਲਾਂ ਹੁੰਦਾ ਸੀ, ਜਦੋਂ ਖੇਤੀ ਦਾ ਸਾਰਾ ਖਿਚਾਈ ਦਾ ਕੰਮ ਬਲਦਾਂ ਉੱਤੇ ਹੀ ਨਿਰਭਰ ਹੁੰਦਾ ਸੀ। ਹੁਣ ਇਹ ਰਿਵਾਜ ਲਗਭਗ ਅਲੋਪ ਹੋ ਚੁੱਕਿਆ ਹੈ। ਵੱਛੇ ਨੂੰ ਖੱਸੀ ਕਰਾਉਣ ਤੋਂ ਪਹਿਲਾਂ ਇੱਕ ਮੌਕਾ ਉਸ ਨੂੰ ਨਵੇਂ ਦੁੱਧ ਹੋਣ ਵਾਲੀ ਗਾਂ ਉੱਪਰ ਛੱਡਣ ਦਾ ਹਰ ਹਾਲਤ ਵਿੱਚ ਦਿੱਤਾ ਜਾਂਦਾ ਸੀ। ਉਸ ਤੋਂ ਮਗਰੋਂ ਵੱਛੇ ਖੱਸੀ ਕਰਨ ਦੇ ਕਿਸੇ ਮਾਹਰ ਲੁਹਾਰ ਨਾਲ ਸਲਾਹ ਮਸ਼ਵਰਾ ਕਰਕੇ ਵੱਛੇ ਨੂੰ ਕਿਸੇ ਨਰਮ ਜ਼ਮੀਨ ਉੱਪਰ ਰੱਸਿਆਂ ਦੀ ਮਦਦ ਨਾਲ 3-4 ਬਲਵਾਨ ਸਰੀਰ ਵਾਲੇ ਨੌਜਵਾਨਾਂ ਦੀ ਮਦਦ ਨਾਲ ਲਟਾ ਦਿੰਦੇ ਸਨ ਅਤੇ ਉਸ ਦੇ 2 ਪਿਛਲੇ ਤੇ ਅਗਲਾ ਉੱਪਰਲਾ ਖੁਰ ਰੱਸਿਆਂ ਨਾਲ ਬੰਨ੍ਹ ਦਿੱਤੇ ਜਾਂਦੇ ਤੇ ਸਾਰੇ ਨੌਜਵਾਨ ਲਟਾਏ ਹੋਏ ਵੱਛੇ ਨੂੰ 4 ਚੁਫੇਰੇ ਤੋਂ ਲੇਟੇ ਹੋਏ ਨੂੰ ਵੀ ਫੜ ਕੇ ਰੱਖਦੇ, ਤਾਂ ਕਿ ਵੱਛਾ ਉੱਠ ਨਾ ਸਕੇ। ਤਦ ਲੁਹਾਰ ਉਸ ਦੇ ਗੁਪਤ ਅੰਗ ਦੇ ਹਿੱਸੇ ਪਤਾਲੂ ਨੂੰ ਥੋੜ੍ਹਾ ਬਾਹਰ ਖਿੱਚਦਾ। ਉਹਨਾਂ ਦੋਵੇਂ ਪਤਾਲੂਆਂ ਦੇ ਜੋੜੇ ਹੇਠ ਲੋਹੇ ਦਾ ਇੱਕ ਘਣ ਰੱਖ ਦਿੰਦਾ ਸੀ ਤੇ ਲੱਕੜੀਆਂ ਦੀਆਂ ਬਣੀਆਂ 2 ਅਰਲੀਆਂ ਨੂੰ ਪਤਾਲੂਆਂ ਦੇ ਹੇਠ ਇੱਕ ਤੇ ਇੱਕ ਉੱਪਰ ਰੱਖ ਕੇ ਸੰਨ ਦੀਆਂ ਲੱਟਾਂ ਨਾਲ ਘੁੱਟ ਕੇ ਬੰਨ੍ਹ ਦਿੰਦਾ ਸੀ। ਹੁਣ ਖੱਸੀ ਕਰਨ ਵਾਲੇ ਵੱਛੇ ਦਾ ਅੰਗ 2 ਅਰਲੀਆਂ ਵਿਚਕਾਰ ਰੱਖ ਦਿੰਦਾ। ਉਸ ਵੇਲੇ ਲੁਹਾਰ ਵੱਛੇ ਨੂੰ ਖੱਸੀ ਕਰਨ ਦੀ ਕਾਰਵਾਈ ਸ਼ੁਰੂ ਕਰਨ ਵਾਸਤੇ ਇੱਕ ਨੌਜਵਾਨ ਨੂੰ ਲੋਹੇ ਦਾ ਦੂਸਰਾ ਘਣ ਅਰਲੀਆਂ ਉੱਪਰ ਮਾਰਨ ਵਾਸਤੇ ਕਹਿ ਦਿੰਦਾ। ਅਰਲੀਆਂ ਉੱਪਰ ਲੋਹੇ ਦਾ ਘਣ ਵੱਜਦੇ ਸਾਰ ਵੱਛੇ ਦੇ ਦਰਦ ਜ਼ਿਆਦਾ ਹੋਣ ਕਰਕੇ ਉਸ ਦਾ 1-2 ਵਾਰ ਅਰਾਟ ਜ਼ਰੂਰ ਨਿਕਲਦਾ ਅਤੇ ਉਹ ਆਪਣਾ ਮੂੰਹ ਅੱਡ ਲੈਂਦਾ ਤੇ ਅਰਾਟਦਾ, ਤੇ ਅਗਲੇ ਘਣਾਂ ਦੀਆਂ ਸੱਟਾਂ ਨਾਲ ਹੌਲੀ ਹੌਲੀ ਉਸ ਦੀ ਚੀਸ ਮਰ ਜਾਂਦੀ ਤੇ ਉਹ ਬੇਹੋਸ਼ ਹੋ ਜਾਂਦਾ ਤੇ ਲੇਟਿਆ ਰਹਿੰਦਾ ਤੇ ਉੱਠਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਇਸ ਤਰ੍ਹਾਂ ਵਾਰ-ਵਾਰ ਲੋਹੇ ਦੇ ਘਣ ਉਸ ਦੇ 2 ਪਤਾਲੂਆਂ ਉੱਪਰਲੀਆਂ ਅਰਲੀਆਂ ਉੱਤੇ ਮਾਰ ਕੇ ਦੋਵੇਂ ਪਤਾਲੂ ਫੇਰ ਦਿੱਤੇ, ਯਾਨੀ ਨਕਾਰਾ ਕਰ ਦਿੱਤੇ ਜਾਂਦੇ ਤੇ ਪਤਾਲੂ ਨੂੰ ਚੰਗੀ ਤਰ੍ਹਾਂ ਫਿਸ ਗਏ ਦਾ ਯਕੀਨ ਕਰਕੇ ਅਰਲੀਆਂ ਖੋਲ੍ਹ ਕੇ ਇਸ ਅਰਲੀ ਨਾਲ ਪਤਾਲੂ ਨੂੰ ਸਵਾਹ ਲਾ ਕੇ ਉੱਪਰ ਵੱਲ ਧੱਕ ਦਿੱਤਾ ਜਾਂਦਾ ਤੇ ਵੱਛੇ ਦੇ ਖੁਰਾਂ ਨਾਲ ਰੱਸੇ ਖੋਲ੍ਹ ਕੇ ਉਸ ਨੂੰ ਖੜਾ ਕਰ ਦਿੱਤਾ ਜਾਂਦਾ। ਉਸ ਮਗਰੋਂ ਵੱਛੇ ਨੂੰ ਆਰਾਮ ਆ ਜਾਣ ਤੱਕ ਉਸ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜਾਂਦਾ। ਇਸ ਪੂਰੀ ਕੀਤੀ ਕਾਰਵਾਈ ਤੋਂ ਮਗਰੋਂ ਉਹ ਵੱਛਾ ਔਲਾਦ ਪੈਦਾ ਕਰਨ ਦੇ ਕੰਮ ਤੋਂ ਪੂਰੀ ਤਰ੍ਹਾਂ ਨਕਾਰਾ ਰਹਿੰਦਾ ਤੇ ਖੇਤੀ ਦੇ ਕੰਮ ਦੀ ਸੇਵਾ ਕਰਨ ਲੱਗਿਆ ਰਹਿੰਦਾ ਹੈ। ਇਸ ਖੱਸੀ ਕਰਨ ਦੇ ਦੇਸੀ ਤਰੀਕੇ ਤੋਂ ਮਗਰੋਂ ਸਰਕਾਰੀ ਪਸ਼ੂਆਂ ਦੇ ਹਸਪਤਾਲਾਂ ਵਿੱਚ ਵੱਛਿਆਂ ਨੂੰ ਖੱਸੀ ਕਰਨ ਵਾਸਤੇ ਚੁੰਡੇ ਜੇ ਆ ਗਏ ਸਨ, ਜੋ ਵੱਛਿਆਂ ਦੇ ਪਤਾਲੂਆਂ ਨੂੰ ਅੰਦਰੋਂ ਅੰਦਰ ਕੱਟ ਦਿੰਦੇ ਤੇ ਨਕਾਰਾ ਕਰ ਦਿੰਦੇ ਸਨ। ਇਹ ਕਾਰਵਾਈ ਵੀ ਵੱਛਿਆਂ ਨੂੰ ਜ਼ਮੀਨ ਉੱਪਰ ਲਟਾ ਕੇ ਕੀਤੀ ਜਾਂਦੀ ਸੀ। ਦੋਵੇਂ ਤਰੀਕੇ ਵਰਤਣ ਵੇਲੇ ਵੱਛੇ ਕਾਬੂ ਵਿੱਚ ਰੱਖਣੇ ਪੈਂਦੇ ਸਨ। ਘੋੜਿਆਂ ਦੇ ਖੁਰੀਆਂ ਲਵਾਉਣੀਆਂ। ਘੋੜਾ ਪਸ਼ੂ ਜਾਤੀ ਵੀ ਆਪਣੇ ਸਰੀਰ ਉੱਪਰ ਮਨੁੱਖ ਨੂੰ ਬਿਠਾ ਕੇ ਭਾਰ ਚੁੱਕ ਕੇ ਜਾਂ ਤਾਂਗੇ ਅਤੇ ਰੇਹੜੀ ਨੂੰ ਖਿੱਚ ਕੇ ਮਨੁੱਖ ਦੀ ਸੇਵਾ ਕਰਦੀ ਹੈ। ਜਦੋਂ ਇਹ ਸੜਕ ਉੱਪਰ ਹੁੰਦਾ ਹੈ ਤਾਂ ਇਸ ਦੇ ਖੁਰ ਵੀ ਰੇਤ ਨਾਲ ਜ਼ਿਆਦਾ ਜਲਦੀ ਘਿਸ ਜਾਂਦੇ ਹਨ। ਤਦ ਇਸ ਸਮੱਸਿਆ ਨੂੰ ਵੀ ਹੱਲ ਕਰਨ ਵਾਸਤੇ ਇਸ ਦੇ ਖੁਰਾਂ ਹੇਠ ਵੀ ਲੋਹੇ ਦੀਆਂ ਖੁਰੀਆਂ ਲਗਵਾਉਣੀਆਂ ਪੈਂਦੀਆਂ ਹਨ। ਘੋੜੇ ਦੇ ਖੁਰ ਬਲਦਾਂ ਦੇ ਖੁਰਾਂ ਵਾਂਗ ਪਾਟੇ ਹੋਏ ਨਹੀਂ ਹੁੰਦੇ, ਸਗੋਂ ਇੱਕ ਹੀ ਖੁਰ ਜੋ ਅੱਗੇ ਤੋਂ ਗੋਲ ਹੁੰਦਾ ਹੈ, ਜਿਸ ਕਰਕੇ ਇਸ ਦੀ ਖੁਰੀ ਜੋ ਲੱਗਣੀ ਹੁੰਦੀ ਹੈ ਬਲਦ ਦੀ ਖੁਰੀ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ। ਘੋੜਾ ਪਸ਼ੂ ਬਲਦ ਵਾਂਗੂ ਨਾ ਹੀ ਬੈਠਦਾ ਹੈ, ਸਗੋਂ ਸਦਾ ਹੀ ਖੜਾ ਨਜ਼ਰ ਆਉਂਦਾ ਹੈ। ਇਸ ਕਰਕੇ ਇਸ ਦਾ ਮਾਲਕ ਇਸ ਦੇ ਜਿਹੜੇ ਖੁਰ ਹੇਠ ਖੁਰੀ ਲੱਗਣ ਵਾਲੀ ਹੁੰਦੀ ਹੈ ਉਸ ਦੀ ਲੱਤ ਫੜ ਕੇ ਖੁਰੀ ਲਵਾਉਣ ਵਾਸਤੇ ਮੋੜ ਕੇ ਰੱਖਦਾ ਹੈ। ਉਸ ਵੇਲੇ ਲੁਹਾਰ ਉਸ ਦੇ ਖੁਰ ਯਾਨੀ ਪੌੜ ਹੇਠ ਖੁਰੀ ਲਾ ਦਿੰਦਾ ਹੈ। ਘੋੜਾ ਜਦੋਂ ਸੜਕ ਉੱਪਰ ਭਾਰ ਚੁੱਕ ਕੇ ਜਾਂ ਤਾਂਗਾ ਜਾਂ ਰੇਹੜੀ ਨੂੰ ਖਿੱਚਦਾ ਹੈ ਤਾਂ ਕਈ ਵਾਰ ਉਸ ਦੇ ਖੁਰ ਦੇ ਬਾਹਰਲੇ ਪਾਸੇ ਸਖਤ ਨਹੁੰ ਜੋ ਹੁੰਦਾ ਹੈ ਉਹ ਪਾਟ ਕੇ ਥੋੜ੍ਹਾ ਥੋੜ੍ਹਾ ਬਾਹਰ ਨੂੰ ਖਿਲਰ ਕੇ ਆਪਣੀ ਦੂਸਰੀ ਲੱਤ ਨੂੰ ਵੀ ਜ਼ਖਮੀ ਕਰ ਦਿੰਦਾ ਹੈ। ਇਸ ਸਮੱਸਿਆ ਦੇ ਹੱਲ ਕਰਨ ਵਾਸਤੇ ਉਸ ਦਾ ਮਾਲਕ ਉਸ ਦੀਆਂ ਲੱਤਾਂ ਨੂੰ ਵਾਰੋ ਵਾਰੀ ਫੜ ਕੇ ਰੱਖਦਾ ਹੈ ਅਤੇ ਲੁਹਾਰ ਆਪਣੀ ਲੋਹੇ ਦੀ ਤੇਜ਼ ਸੱਥੀ ਦੀ ਮਦਦ ਨਾਲ ਪਾਟੇ ਹੋਏ ਨਹੁੰਾਂ ਨੂੰ ਕੱਟ ਕੇ ਖੁਰ ਨੂੰ ਗੋਲ ਕਰ ਦਿੰਦਾ ਹੈ, ਜਿਸ ਨਾਲ ਅਗਲੇ ਬਣਨ ਵਾਲੇ ਜ਼ਖਮਾਂ ਤੋਂ ਘੋੜੇ ਦੀਆਂ ਲੱਤਾਂ ਨੂੰ ਬਚਾ ਲਿਆ ਜਾਂਦਾ ਹੈ। ਟਿੱਡੀ ਦਲ ਯਾਨੀ ਅਹਿਰਨ। ਟਿੱਡੀ ਦਲ, ਜਿਸ ਨੂੰ ਪੁਰਾਣੇ ਸਮੇਂ ਵੇਲੇ ਜਦੋਂ ਆ ਕੇ ਕਿਸਾਨਾਂ ਦੀਆਂ ਫਸਲਾਂ ਉੱਪਰ ਵੱਡਾ ਹਮਲਾ ਕਰਦਾ ਸੀ, ਉਦੋਂ ਅਹਿਰਨ ਆ ਗਈ ਵੀ ਕਹਿੰਦੇ ਹੁੰਦੇ ਸਨ। ਇਹ ਆਮ ਤੌਰ 'ਤੇ ਹਰ ਸਾਲ ਦੇ ਫਰਵਰੀ-ਮਾਰਚ ਦੇ ਮਹੀਨਿਆਂ ਵੇਲੇ ਜ਼ਿਆਦਾ ਆਉਂਦਾ ਹੁੰਦਾ ਸੀ। ਉਸ ਵੇਲੇ ਕਣਕ ਦੀ ਫਸਲ ਦੇ ਸਿੱਟੇ ਨਿਕਲਣ ਵਾਲੇ ਤੇ ਚੁਟਾਲੇ ਦੀ ਫਸਲ ਹੁੰਦੀ, ਜਿਸ ਨੂੰ ਉਹ ਮੁੱਢਾਂ ਤੱਕ ਖਾ ਜਾਂਦਾ ਹੁੰਦਾ ਸੀ। ਉਦੋਂ ਪੁਰਾਣੇ ਬਜ਼ੁਰਗ ਯਾਨੀ 1940 ਤੋਂ 1945 ਈਸਵੀ ਵੇਲੇ ਗੱਲਾਂ ਕਰਦੇ ਸੁਣੀਦੇ ਸਨ ਕਿ ਸੰਸਾਰ ਵਿੱਚ 84 ਲੱਖ ਜੂਨ ਦੇ ਸਿਰਫ 2.5 ਦਲ ਹੀ ਹੁੰਦੇ ਹਨ। ਪਹਿਲਾ ਦਲ ਕੀੜੇ ਮਕੌੜਿਆਂ ਦਾ, ਦੂਸਰਾ ਦਲ ਟਿੱਡੀਆਂ ਦਾ ਯਾਨੀ ਟਿੱਡੀ ਦਲ, ਤੇ ਬਾਕੀ ਸਭ ਜੂਨਾਂ ਮਿਲ ਕੇ ਸਿਰਫ ਅੱਧਾ ਦਲ ਦੀ ਗਿਣਤੀ ਦੇ ਹਿਸਾਬ ਨਾਲ ਹੀ ਹੈ।
ਸੁਣਨ ਵਿੱਚ ਆਉਂਦਾ ਹੁੰਦਾ ਸੀ ਕਿ ਦਲ ਬਹੁਤ ਵੱਡੇ ਰੇਤਲੇ ਇਲਾਕੇ ਜਿਵੇਂ ਉੱਤਰੀ ਅਫਰੀਕਾ ਦੇ ਵੱਡੇ ਰਤੀਲੇ ਇਲਾਕੇ, ਸਹਿਰਾ, ਰੇਗਿਸਤਾਨ ਜਿਵੇਂ ਰਾਜਸਥਾਨ ਵਰਗੇ ਥਾਵਾਂ ਉੱਤੇ ਵੱਡੀ ਗਿਣਤੀ ਵਿੱਚ ਪੈਦਾ ਹੁੰਦਾ ਸੀ, ਜਿੱਥੇ ਮਾਤਾ ਟਿੱਡੀਆਂ ਆਂਡੇ ਦੇ ਕੇ ਉਹਨਾਂ ਉੱਪਰ ਰੇਤ ਪਾ ਕੇ ਉਹਨਾਂ ਨੂੰ ਢੱਕ ਦਿੰਦੀਆਂ ਅਤੇ ਆਂਡਿਆਂ ਵਿੱਚੋਂ ਬੱਚੇ ਆਪਣੇ ਆਪ ਬਾਹਰ ਆ ਕੇ ਉੱਥੋਂ ਦੇ ਨੇੜੇ ਤੇੜੇ ਦਾ ਸਭ ਕੁਝ ਖਾ ਮੁਕਾ ਕੇ ਇਹ ਦਲ ਦੇ ਰੂਪ ਵਿੱਚ ਲੰਬੀ ਉਡਾਰੀ ਮਾਰ ਕੇ ਭੋਜਨ ਦੀ ਖੋਜ ਕਰਨ ਵਾਸਤੇ ਇੱਕ ਦਿਸ਼ਾ ਵੱਲ ਲੰਬੀ ਉਡਾਰੀ ਮਾਰ ਕੇ ਸਮੁੰਦਰ ਪਾਰ ਵੀ ਕਰ ਜਾਣ ਦੇ ਸਮਰੱਥ ਹੋਣ ਕਰਕੇ ਪੰਜਾਬ ਤੱਕ ਪਹੁੰਚ ਜਾਂਦਾ ਸੀ। ਜਦੋਂ ਟਿੱਡੀ ਦਲ ਯਾਨੀ 1935 ਤੋਂ 45 ਅਤੇ 1950 ਈਸਵੀ ਵੇਲੇ ਪੰਜਾਬ ਵਿੱਚ ਅਚਾਨਕ ਆ ਜਾਂਦਾ ਸੀ ਤਾਂ ਮੈਂ ਬਚਪਨ ਦੀ ਉਮਰ ਵਿੱਚ ਹੋਣ ਕਰਕੇ ਦੇਖਦਾ ਹੁੰਦਾ ਸੀ। ਇਸ ਆਏ ਦਾ ਪਤਾ ਉਦੋਂ ਲੱਗਦਾ ਹੁੰਦਾ ਸੀ ਜਦੋਂ ਇਹ ਆ ਕੇ ਇਸ ਦਾ ਕੁਝ ਅਗਲਾ ਹਿੱਸਾ ਕਾਫੀ ਪਹਿਲਾਂ ਅੱਗੇ ਦੂਰ ਤੱਕ ਚੁੱਪ ਚੁਪੀਤੇ ਪਹੁੰਚ ਚੁੱਕਿਆ ਹੁੰਦਾ ਸੀ ਅਤੇ ਮਾਸ ਆਹਾਰੀ ਪੰਛੀ ਇਸ ਦੇ ਟਿੱਡਿਆਂ ਨੂੰ ਹਵਾ ਵਿੱਚ ਹੀ ਉਡਾਰੀ ਮਾਰਦਿਆਂ ਨੂੰ ਆਪਣੀ ਚੁੰਝ ਵਿੱਚ ਫੜ ਕੇ ਰੁੱਖਾਂ ਉੱਪਰ ਵਾਪਸ ਆ ਕੇ ਫਿਰ ਬੈਠ ਜਾਂਦੇ ਸਨ। ਟਿੱਡਾ ਖਾਣਯੋਗ ਮਾਸ ਦਾ ਨਾਂ ਬਣਿਆ ਹੋਣ ਕਰਕੇ ਪੰਛੀ ਉਸ ਨੂੰ ਅੱਧ ਵਿੱਚੋਂ ਕੱਟ ਕੇ ਹੇਠਾਂ ਸੁੱਟ ਦਿੰਦੇ ਹੁੰਦੇ ਸਨ ਅਤੇ ਮਗਰੋਂ ਅਗਲੇ ਹੋਰ ਟਿੱਡੇ ਨੂੰ ਵੀ ਫਿਰ ਫੜ ਕੇ ਇਸੇ ਤਰ੍ਹਾਂ ਕਰਦੇ ਮੈਂ ਦੇਖਦਾ ਹੁੰਦਾ ਸੀ। ਟਿੱਡੀ ਦਲ ਕਈ ਮੀਲਾਂ ਦੀ ਚੜਾਈ ਵਿੱਚ ਉੱਡਦਾ ਸੁਣੀਦਾ ਸੀ ਅਤੇ ਅੱਗੇ ਤੇ ਪਿੱਛੇ ਨੂੰ ਵੀ ਇਸ ਦੀ ਲੰਬਾਈ ਕਈ ਮੀਲ ਲੰਬੀ ਸੁਣੀ ਜਾਂਦੀ ਸੀ ਅਤੇ ਦੇਖੀ ਵੀ ਸੀ। ਇਸ ਦੀ ਅੱਗੇ ਤੋਂ ਪਿਛਲੀ ਲੰਬਾਈ ਦਾ ਅੰਦਾਜ਼ਾ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਕਈ ਘੰਟੇ ਪਰ ਉੱਡਦਾ ਉੱਡਦਾ ਅਸਮਾਨ ਉੱਪਰੋਂ ਦੀ ਲੰਘਦਾ ਰਹਿੰਦਾ ਸੀ ਅਤੇ ਇਸ ਦਾ ਪਿਛਲਾ ਸਿਰਾ ਨਹੀਂ ਸੀ ਦਿਸਦਾ ਹੁੰਦਾ। ਭਾਵੇਂ ਇਹ ਮਨੁੱਖਤਾ ਵਾਸਤੇ ਬਿਪਤਾ ਅਤੇ ਕਿਸਾਨਾਂ ਦੀ ਫਸਲ ਨੂੰ ਮੁੱਢ ਤੱਕ ਖਾ ਮੁਕਾ ਕੇ ਬਿਮਾਰੀ ਦਾ ਰੂਪ ਅਤੇ ਪਸ਼ੂਆਂ ਦੇ ਚਾਰੇ ਨੂੰ ਨਾ ਖਾਣਯੋਗ ਰਹਿਣ ਦੇਣ ਵਾਲੀ ਡੈਣ ਹੀ ਹੁੰਦੀ ਸੀ, ਪਰ ਅਸਮਾਨ 'ਤੇ ਲਗਾਤਾਰ ਇੱਕ ਰਫ਼ਤਾਰ, ਇੱਕ ਹੀ ਉਚਾਈ ਉੱਪਰ, ਇੱਕ ਹੀ ਦੂਰੀ ਤੱਕ ਤੇ ਲਾਈਨਾਂ ਵਿੱਚ ਇੱਕ ਸਾਰ ਉੱਡਦੇ ਦਾ ਦ੍ਰਿਸ਼ ਤੇ ਇਕੱਠੇ ਖੰਭ ਫੜਾਉਂਦੇ ਯਾਨੀ ਮਾਰਦੇ ਬੜੇ ਸੁੰਦਰ ਲੱਗਦੇ ਹੁੰਦੇ ਸਨ। ਇਹਨਾਂ ਹਰੇ ਰੰਗ ਦੇ ਟਿੱਡਿਆਂ ਦੀਆਂ ਛਾਵਾਂ ਵੀ ਖੰਭ ਹਿਲਾਉਂਦਿਆਂ ਦੀਆਂ ਇੱਕੋ ਹੀ ਦਿਸ਼ਾ ਵੱਲ ਜਾਂਦੀਆਂ ਬਹੁਤ ਸੁੰਦਰ ਲੱਗਦੀਆਂ ਹੁੰਦੀਆਂ ਸਨ। ਇਸ ਟਿੱਡੀ ਦਲ ਦੇ ਉਡਾਰੀ ਸਮੇਂ ਹੀ ਉੱਡਦੇ ਉੱਡਦੇ ਕੋਈ ਟਿੱਡੇ ਨੀਵੇਂ ਉੱਡ ਕੇ ਤੇ ਹੋਰ ਨੀਵੇਂ ਹੋ ਕੇ ਫਸਲ ਉੱਪਰ ਬੈਠ ਕੇ ਉਸ ਨੂੰ ਖਾਣ ਲੱਗ ਪੈਂਦੇ ਸਨ ਅਤੇ ਲੱਖ ਯਤਨ ਕਰਨ ਦੇ ਬਾਵਜੂਦ ਵੀ ਉੱਡਣ ਦੀ ਬਜਾਏ ਉਹ ਫਸਲ ਦੇ ਵਿੱਚ ਹੀ ਹੇਠਾਂ ਉਤਰ ਕੇ ਮੁੱਢਾਂ ਤੱਕ ਜਾ ਕੇ ਲੁਕ ਛਿਪ ਜਾਂਦੇ ਹੁੰਦੇ ਸੀ। ਅਸੀਂ ਖਾਲੀ ਪੀਪੇ ਜਾਂ ਲੋਹੇ ਦੀਆਂ ਟੁੱਟੀਆਂ ਟਿੰਡਾਂ ਜਾਂ ਬਾਲਟੀਆਂ ਵਿੱਚ ਡੰਡੇ ਮਾਰ ਕੇ ਤੇ ਖੜਕਾ ਕਰਦੇ ਹੁੰਦੇ ਸਾਂ, ਤਦ ਜਾ ਕੇ ਉਹਨਾਂ ਉੱਪਰ ਪੂਰਾ ਤਾਂ ਨਹੀਂ ਪਰ ਅੱਧਾ ਕੁ ਅਸਰ ਜ਼ਰੂਰ ਹੋ ਜਾਂਦਾ ਸੀ। ਉਹ ਉੱਥੋਂ ਉੱਡ ਕੇ ਅੱਗੇ ਜਾ ਕੇ ਫਿਰ ਬੈਠ ਜਾਂਦੇ ਹੁੰਦੇ ਸਨ। ਉਹ ਡੰਡਾ ਮਾਰਨ ਨਾਲ ਮਰ ਤਾਂ ਜਾਂਦੇ ਸਨ, ਪਰ ਉਸਦੇ ਸਰੀਰ ਵਿੱਚੋਂ ਝੱਗ ਬਹੁਤ ਨਿਕਲਦੀ ਹੁੰਦੀ ਸੀ ਜੋ ਚਟਾਲੇ ਉੱਪਰ ਡਿੱਗ ਕੇ ਪਸ਼ੂਆਂ ਦੇ ਖਾਣ ਯੋਗ ਨਹੀਂ ਰਹਿੰਦਾ ਸੀ। ਦੂਸਰਾ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਮਾਰਨ ਦੀ ਥਾਂ ਖੜਕਾ ਕਰਕੇ ਉਡਾ ਦੇਣਾ ਹੀ ਜ਼ਿਆਦਾ ਬਿਹਤਰ ਹੁੰਦਾ ਸੀ। ਕਿਸਾਨਾਂ ਵਾਸਤੇ ਤਾਂ ਉਹ ਇੱਕ ਕਿਸਮ ਦੀ ਆਫਤ ਹੀ ਸੀ। ਸ਼ਾਮ ਆਈ ਤੋਂ ਪਹਿਲਾਂ ਉਹ ਉੱਥੇ ਹੀ ਫਸਲ ਉੱਤੇ ਬੈਠ ਜਾਂਦੇ ਸਨ। ਫਿਰ ਉਹ ਰਾਤ ਵੇਲੇ ਬਿਲਕੁਲ ਵੀ ਨਹੀਂ ਉੱਡਦੇ ਸਨ ਅਤੇ ਉੱਥੇ ਹੀ ਰਾਤ ਜ਼ਬਰਨ ਕੱਟਦੇ ਸਨ ਅਤੇ ਸਵੇਰੇ ਵੀ ਕਾਫੀ ਲੈਅ ਤੇ ਇਕੱਠੇ ਹੀ ਉਡਾਰੀ ਕਿਸੇ ਦਿਸ਼ਾ ਵੱਲ ਭਰ ਲੈਂਦੇ ਹੁੰਦੇ ਸਨ। ਪਤਾ ਨਹੀਂ ਉਹਨਾਂ ਦਾ ਆਪਸੀ ਤਾਲਮੇਲ ਕਿੱਦਾਂ ਹੁੰਦਾ ਹੋਵੇਗਾ। ਕਾਫੀ ਸਮੇਂ ਮਗਰੋਂ ਉਹਨਾਂ ਨੂੰ ਮਾਰਨ ਵਾਸਤੇ ਕਈ ਸਾਲਾਂ ਤੋਂ ਮਗਰੋਂ ਸਪਰੇਅ ਕਰਕੇ ਕੋਈ ਜ਼ਹਿਰੀਲੀ ਦਵਾਈ ਹੋਂਦ ਵਿੱਚ ਆਈ ਸੀ, ਪਰ ਸਪਰੇਅ ਪੰਪਾਂ ਦੀ ਬਹੁਤ ਘਾਟ ਸੀ। ਉਹਨਾਂ ਦਾ ਵਾਧਾ ਬਹੁਤ ਸੀ। ਜਿੱਥੇ ਉਹ ਰਾਤ ਕੱਟਦੇ ਉੱਥੇ ਹੀ ਆਂਡੇ ਦੇ ਜਾਂਦੇ ਸਨ ਅਤੇ ਆਪ ਸਵੇਰੇ ਉੱਡ ਜਾਂਦੇ ਅਤੇ ਪਿੱਛੇ ਦਿੱਤੇ ਆਂਡਿਆਂ ਵਿੱਚੋਂ ਬੱਚੇ ਆਪ ਹੀ ਬਾਹਰ ਆ ਜਾਂਦੇ ਸਨ ਅਤੇ ਉਹਨਾਂ ਦਾ ਵਾਧਾ ਰੋਕਣ ਵਾਸਤੇ ਇਹ ਤਰੀਕਾ ਠੀਕ ਨਿਕਲਿਆ ਸੀ ਕਿ ਜਿੱਥੇ ਇਹ ਰਾਤ ਕੱਟਦੇ ਸਮੇਂ ਆਂਡੇ ਦਿੰਦੇ ਹਨ ਅਤੇ ਬੱਚੇ ਨਿਕਲ ਕੇ ਟਪੂਸੀਆਂ ਮਾਰਦੇ ਹਨ, ਉੱਥੇ ਥੋੜ੍ਹੀ ਥੋੜ੍ਹੀ ਦੂਰ 1 ਫੁੱਟ ਡੂੰਘੀ ਅਤੇ ਬਹੁਤ ਲੰਬੀ ਖਾਈ ਪੁੱਟੀ ਜਾਵੇ, ਜਿਸ ਨੂੰ ਇਸ ਦਾ ਬੱਚਾ ਟਪੂਸੀ ਨਾਲ ਟੱਪਣ ਦੀ ਥਾਂ ਖਾਈ ਵਿੱਚ ਹੀ ਡਿੱਗ ਜਾਵੇ ਅਤੇ ਪੀਪੇ ਖੜਕਾ ਕੇ ਬੱਚਿਆਂ ਨੂੰ ਅਗਾਂਹ ਤੋਰ ਕੇ ਖਾਈ ਵਿੱਚ ਸਭ ਨੂੰ ਸੁੱਟ ਦਿੱਤਾ ਜਾਣ ਤੋਂ ਮਗਰੋਂ ਉਹ ਖਾਈ ਮਿੱਟੀ ਨਾਲ ਪੂਰ ਦਿੱਤੀ ਜਾਂਦੀ ਸੀ। ਇਹ ਢੰਗ ਤਰੀਕਾ ਬਹੁਤ ਠੀਕ ਬੈਠਿਆ ਸੀ। ਉਸ ਤੋਂ ਮਗਰੋਂ ਪਤਾ ਨਹੀਂ ਟਿੱਡੀ ਦਲ ਦਾ ਕਿੱਦਾਂ ਤੇ ਕਦੋਂ ਖਾਤਮਾ ਹੋ ਗਿਆ ਜਾਂ ਖਾਤਮਾ ਕਰ ਦਿੱਤਾ ਗਿਆ ਹੋਵੇਗਾ। ਇਹ ਮੁੜ ਨਜ਼ਰ ਨਹੀਂ ਆਇਆ ਹੈ। ਹੋ ਸਕਦਾ ਹੈ ਕਿ ਸਰਕਾਰਾਂ ਨੇ ਉਹਨਾਂ ਦਾ ਖਾਤਮਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਕੇ ਉਸ ਬਿਮਾਰੀ ਨੂੰ ਮਾਰ ਕੇ ਖਤਮ ਕਰ ਦਿੱਤਾ ਹੋਵੇ। ਟਿੱਡਾ ਮਜ਼ਬੂਤ ਲੱਤਾਂ ਵਾਲਾ ਉੱਡਣ ਵਾਲਾ ਕੀੜਾ ਹੁੰਦਾ ਸੀ ਜੋ ਲੱਤਾਂ ਦੀ ਤਾਕਤ ਨਾਲ ਦੂਰ ਤੱਕ ਜੰਪ ਵੀ ਮਾਰ ਜਾਂਦਾ ਸੀ। ਉਸ ਦੇ ਉੱਪਰਲੇ ਖੰਭ ਵੀ ਮਜ਼ਬੂਤ ਤੇ ਹਰੇ ਰੰਗ ਦੇ ਹੁੰਦੇ ਸਨ ਅਤੇ ਇਸ ਦੋਹਰੇ ਖੰਭਾਂ ਵਾਲੇ ਕੀੜੇ ਦੇ ਦੂਸਰੇ ਤੇ ਅੰਦਰਲੇ ਨਰਮ, ਲੰਬੇ ਤੇ ਚਿੱਟੇ ਭੂਰੇ ਰੰਗ ਦੇ ਖੰਭ ਹੁੰਦੇ ਸਨ ਤੇ 4 ਖੰਭਾਂ ਨਾਲ ਇਹ ਉੱਡਦਾ ਹੁੰਦਾ ਸੀ। ਪ੍ਰੋਗਰਾਮ ਦੇ ਅਗਲੇ 8ਵੇਂ ਅਧਿਆਏ ਵਿੱਚ ਅਸੀਂ ਗੱਲ ਕਰਾਂਗੇ ਰਲੇ ਮਿਲੇ ਸੱਭਿਆਚਾਰ ਦੀ।